ਕੋਰੋਨਾ ਦਾ ਅਸਰ ਗਲੋਬਲ ਲੈਵਲ ਤੇ ਵੀ ਪੈਂਦਾ ਹੋਇਆ ਨਜ਼ਰ ਆ ਰਿਹਾ, ਯਾਨੀ ਕਿ ਦੁਨਿਆਵੀ ਪੱਧਰ ਤੇ ਵੀ ਇਸ ਦਾ ਅਸਰ ਹੁਣ ਦਿਖਣ ਲੱਗ ਗਿਆ। ਵੱਡੀ ਖਬਰ ਇਸ ਵੇਲੇ ਭਾਰਤੀ ਉਡਾਨਾਂ ਦੇ ਨਾਲ ਜੁੜੀ ਹੋਈ ਹੈ। ਕੈਨੇਡਾ ਨੇ ਭਾਰਤੀ ਉਡਾਨਾਂ ਤੇ ਪਾਬੰਦੀ ਲਗਾ ਦਿੱਤੀ ਹੈ ਔਰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਚੱਲਦੇ ਇਹ ਬੈਨ ਲਗਾਇਆ ਗਿਆ ਹੈ। 30 ਦਿਨ ਤੱਕ ਭਾਰਤੀ ਫਲਾਈਟਾਂ ਦੀ ਕੈਨੇਡਾ ਦੇ ਵਿੱਚ ਨੋ ਐਂਟਰੀ ਹੋਵੇਗੀ, ਯਾਨੀ ਕਿ 30 ਦਿਨ ਤੱਕ ਭਾਰਤੀ ਉਡਾਨਾਂ ਹੁਣ ਕੈਨੇਡਾ ਦੇ ਵਿੱਚ ਲੈਂਡ ਨਹੀਂ ਹੋ ਸਕਦੀਆਂ। ਕੈਨੇਡਾ ਨੇ ਪਾਕਿਸਤਾਨ ਦੀਆਂ ਉਡਾਨਾਂ ਨੂੰ ਵੀ ਬੰਦ ਕਰ ਦਿੱਤਾ ਹੈ ਔਰ ਭਾਰਤ ਦੇ ਵਿੱਚ ਲਗਾਤਾਰ ਕੋਰੋਨਾ ਦੇ ਕੇਸ ਵਧ ਰਹੇ ਨੇ, ਜਿਸ ਤੋਂ ਬਾਅਦ ਵੱਡੇ ਦੇਸ਼ ਇਹ ਫੈਸਲਾ ਲੈ ਰਹੇ ਨੇ। ਯੂਐਸ ਵੱਲੋਂ ਵੀ ਇਹ ਫੈਸਲਾ ਪਹਿਲਾਂ ਲਿਆ ਜਾ ਚੁੱਕਿਆ ਔਰ ਹੁਣ ਕੈਨੇਡਾ ਵੀ ਇਸ ਲਾਈਨ ਦੇ ਵਿੱਚ ਸ਼ਾਮਿਲ ਹੋ ਗਿਆ, ਜਦੋਂ ਕਿ ਭਾਰਤੀ ਉਡਾਨਾਂ ਤੇ ਬੈਨ ਲਗਾ ਦਿੱਤਾ ਗਿਆ ਹੈ ਔਰ 30 ਦਿਨ ਤੱਕ ਭਾਰਤੀ ਫਲਾਈਟਸ ਕੈਨੇਡਾ ਦੇ ਵਿੱਚ ਦਾਖਲ ਨਹੀਂ ਹੋ ਸਕਦੀਆਂ। ਯਾਨੀ ਕਿ ਜੋ ਲੋਕ ਕੈਨੇਡਾ ਜਾਣ ਦੇ ਇੱਛੁਕ ਹੋ ਰਹੇ ਸੀ, 29 ਦਿਨਾਂ ਦੇ ਵਿੱਚ ਫਿਲਹਾਲ ਕੈਨੇਡਾ ਨਹੀਂ ਜਾ ਸਕਦੇ, ਕਿਉਂਕਿ ਕੈਨੇਡਾ ਸਰਕਾਰ ਵੱਲੋਂ ਭਾਰਤੀ ਉਡਾਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਔਰ ਕੋਰੋਨਾ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਉਧਰ ਮੁੰਬਈ ਦੇ ਕੋਵਿਡ ਹਸਪਤਾਲ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਅੱਗ ਲੱਗਣ ਦੇ ਨਾਲ 13 ਮਰੀਜ਼ਾਂ ਦੀ ਮੌਤ ਹੋ ਗਈ ਹੈ। ਵਿਜੇ ਵੱਲਭ ਹਸਪਤਾਲ ਦੇ ਆਈਸੀਯੂ ਦੇ ਵਿੱਚ ਅੱਗ ਲੱਗ ਗਈ ਔਰ ਸਵੇਰੇ ਕਰੀਬ 3 ਵਜੇ ਸ਼ਾਰਟ ਸਰਕਟ ਦੇ ਨਾਲ ਇਹ ਹਾਦਸਾ ਵਾਪਰਿਆ। ਹਾਦਸੇ ਦੇ ਵਕਤ ਆਈਸੀਯੂ ਦੇ ਵਿੱਚ ਭਰਤੀ ਸਨ 17 ਕੋਰੋਨਾ ਮਰੀਜ਼, ਜਿਨ੍ਹਾਂ ਦੇ ਵਿੱਚੋਂ 13 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਔਰ 10 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਦੇ ਵਿੱਚ ਸ਼ਿਫਟ ਕੀਤਾ ਗਿਆ। ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਅੱਜ ਦੀ ਜੋ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ, ਮੁੰਬਈ ਦੇ ਕੋਵਿਡ ਹਸਪਤਾਲ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਔਰ 13 ਮਰੀਜ਼ਾਂ ਦੀ ਮੌਤ ਦੀ ਖਬਰ ਸਾਹਮਣੇ ਆਈ। ਦੱਸਿਆ ਜਾ ਰਿਹਾ ਹੈ ਕਿ ਆਈਸੀਯੂ ਦੇ ਵਿੱਚ ਇਹ 17 ਮਰੀਜ਼ ਕੋਵਿਡ ਦੇ ਮਰੀਜ਼ ਦੱਸੇ ਜਾ ਰਹੇ ਨੇ, ਜੋ ਕਿ ਭਰਤੀ ਹੋਏ ਸਨ, ਜਿਨ੍ਹਾਂ ਦੇ ਵਿੱਚੋਂ 13 ਮਰੀਜ਼ ਦੀ ਅੱਗ ਦੀ ਚਪੇਟ ਦੇ ਵਿੱਚ ਆਉਣ ਕਰਕੇ ਮੌਤ ਹੋ ਗਈ ਹੈ ਔਰ ਜੋ ਬਾਕੀ ਬਚੇ ਹੋਏ ਮਰੀਜ਼ ਨੇ ਉਹਨਾਂ ਨੂੰ ਦੂਜੇ ਹਸਪਤਾਲਾਂ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ। 2 ਦਿਨ ਪਹਿਲਾਂ ਨਾਸਿਕ ਤੋਂ ਇੱਕ ਖਬਰ ਆਈ ਸੀ, ਜਦੋਂ ਕਿ ਆਕਸੀਜਨ ਸਿਲੰਡਰ ਲੀਕ ਹੋਣ ਤੋਂ ਬਾਅਦ ਕੁਝ ਮਰੀਜ਼ਾਂ ਦਾ ਦਮ ਘੁੱਟ ਗਿਆ ਔਰ ਕਈ ਮਰੀਜ਼ਾਂ ਦੀ ਇਸ ਦੌਰਾਨ ਮੌਤ ਹੋ ਗਈ। ਤਾਂ ਵੱਡੀ ਖਬਰ ਇਸ ਵੇਲੇ ਦੀ ਮੁੰਬਈ ਤੋਂ ਤੁਹਾਨੂੰ ਦਿਖਾ ਰਿਹਾ, ਜਿੱਥੇ कि ਵੱਡਾ हादसा वापरिया है। एक्सपेक्टेडली फायर ये हुआ है और विदिन 2 मिनट्स पूरा स्मोक उधर होके एक बड़ा फायर ब्रेकअप, एक एक्सीडेंटल फायर ब्रेकअप हुआ है। ओके सर, कितना डेथ है इसमें? 13 डेथ हुआ है। ओके सर, इसमें कितना पेशेंट अभी हॉस्पिटल में थे और कितना पेशेंट को दूसरी जगह पे है? हाँ, अभी 90 और पेशेंट्स हमारे हॉस्पिटल में थे। 90 पेशेंट्स, 90 अराउंड 90 पेशेंट्स हमारे हॉस्पिटल में थे। ओके एंड जो भी अभी जो दूसरे पेशेंट्स को हम लोग ने दूसरा हॉस्पिटल जिसको ऑक्सीजन की रिक्वायरमेंट है उनको तो अभी हम ट्रांसफर कर रहे हैं, वो प्रोसेस चल रही है। उधर किसानों ਨੂੰ ਸਿੱਧੀ ਅਦਾਇਗੀ ਨੂੰ ਲੈ ਕੇ ਪੰਜਾਬ ਮੰਡੀ ਬੋਰਡ ਨੇ ਹੁਣ ਕਿਸਾਨ ਸਹਾਇਤਾ ਕੇਂਦਰ ਬਣਾ ਦਿੱਤੇ ਨੇ। ਸਿੱਧੀ ਅਦਾਇਗੀ ਦੀ ਦਿੱਕਤਾਂ ਨੂੰ ਦੂਰ ਕਰਨ ਵਾਸਤੇ ਇਹ ਕੋਸ਼ਿਸ਼ ਕੀਤੀ ਗਈ ਹੈ। ਮੰਡੀ ਬੋਰਡ ਵੱਲੋਂ ਸਿੱਧੀ ਅਦਾਇਗੀ ਦੇ ਲਈ ਰਜਿਸਟ੍ਰੇਸ਼ਨ ਕਰਵਾਉਣ ਦੇ ਵਿੱਚ ਕਿਸਾਨਾਂ ਨੂੰ ਦਿੱਕਤ ਆ ਰਹੀ ਸੀ ਔਰ ਇਸ ਦੌਰਾਨ ਉਹਨਾਂ ਦੀ ਮਦਦ ਵਾਸਤੇ ਇਹ ਸਹਾਇਤਾ ਕੇਂਦਰ ਬਣਾਏ ਗਏ ਨੇ। ਪੋਰਟਲ ਤੇ ਰਜਿਸਟਰ ਕਰਨ ਦੇ ਵਿੱਚ ਕਿਸਾਨਾਂ ਨੂੰ ਪਰੇਸ਼ਾਨੀ ਹੋ ਰਹੀ ਸੀ, ਕਿਉਂਕਿ ਇਸ ਵੇਲੇ ਸਿੱਧੀ ਅਦਾਇਗੀ ਦਾ ਜਿਹੜਾ ਫਾਰਮੂਲਾ ਹੈ ਉਹ ਬੇहद ਨਵਾਂ ਹੈ ਕਿਸਾਨਾਂ ਵਾਸਤੇ ਵੀ ਔਰ ਸਰਕਾਰ ਵਾਸਤੇ ਵੀ, ਔਰ ਕਿਸਾਨਾਂ ਵਾਸਤੇ ਖਾਸ ਕਰਕੇ ਉਹਨਾਂ ਕਿਸਾਨਾਂ ਵਾਸਤੇ ਜੋ ਕਿ ਪਿੰਡੂ ਖੇਤਰਾਂ ਦੇ ਨਾਲ ਜੁੜੇ ਹੋਏ ਨੇ, ਜੋ ਕਿ ਡਿਜੀਟਲ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਸਰਗਰਮ ਨਹੀਂ ਹੈ ਔਰ ਮੋਬਾਈਲ ਦੀ ਵਰਤੋਂ ਵੀ ਬਹੁਤ ਜ਼ਿਆਦਾ ਨਹੀਂ ਕਰਦੇ, ਤਾਂ ਉਹਨਾਂ ਨੂੰ ਬੇहद ਰਜਿਸਟ੍ਰੇਸ਼ਨ ਦੇ ਵਿੱਚ ਦਿੱਕਤ ਆ ਰਹੀ ਹੈ। ਪੋਰਟਲ ਤੇ ਰਜਿਸਟਰ ਕਰਨ ਵਾਸਤੇ ਕਿਸਾਨਾਂ ਨੂੰ ਬੇहद ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਇਸ ਕਰਕੇ ਕਿਸਾਨ ਸਹਾਇਤਾ ਕੇਂਦਰ ਬਣਾਏ ਗਏ ਨੇ ਔਰ ਸਿੱਧੀ ਅਦਾਇਗੀ ਦੀ ਦਿੱਕਤਾਂ ਨੂੰ ਦੂਰ ਕਰਨ ਵਾਸਤੇ ਕੋਸ਼ਿਸ਼ ਮੰਡੀ ਬੋਰਡ ਵੱਲੋਂ ਕੀਤੀ ਗਈ ਹੈ। ਹੁਣ ਅੱਗੇ ਵਧਦੇ ਹਾਂ। ਦੀਪ ਸਿੱਧੂ ਦੀ ਮੁਸ਼ਕਿਲਾਂ ਹੋਰ ਜ਼ਿਆਦਾ ਵੱਧ ਸਕਦੀਆਂ ਨੇ। ਦੀਪ ਸਿੱਧੂ ਦੀ ਆਵਾਜ਼ ਦੇ ਸੈਂਪਲ ਹੁਣ ਦਿੱਲੀ ਪੁਲਿਸ ਲੈਣ ਜਾ ਰਹੀ ਹੈ। ਦਿੱਲੀ ਦੀ 30 ਹਜ਼ਾਰੀ ਕੋਰਟ ਤੋਂ ਇਜਾਜ਼ਤ ਵੀ ਮਿਲ ਚੁੱਕੀ ਹੈ ਔਰ ਦੀਪ ਸਿੱਧੂ ਦੇ ਵਕੀਲ ਨੇ ਇਸ ਦਾ ਵਿਰੋਧ ਕੀਤਾ ਹੈ। ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦੇਣ ਦੀ ਤਿਆਰੀ ਕੀਤੀ ਗਈ ਹੈ ਔਰ ਲਾਲ ਕਿਲਾ ਹਿੰਸਾ ਮਾਮਲੇ ਦੇ ਵਿੱਚ ਦੀਪ ਸਿੱਧੂ ਮੁਲਜ਼ਮ ਹੈ। ਦੀਪ ਸਿੱਧੂ ਦੇ ਵਕੀਲਾਂ ਦਾ ਕਹਿਣਾ ਹੈ ਕਿ ਦਿੱਲੀ ਪੁਲਿਸ ਨੇ ਇਹ ਨਹੀਂ ਦੱਸਿਆ ਕਿਉਂਕਿ ਇਸ ਵੀਡੀਓ ਦੇ ਸਿਲਸਿਲੇ ਦੇ ਵਿੱਚ ਦੀਪ ਸਿੱਧੂ ਦੀ ਆਵਾਜ਼ ਦੀ ਜਾਂਚ ਕਰਨਾ ਚਾਹੁੰਦੀ ਹੈ। ਸਿੱਧੂ ਦੇ ਵਕੀਲ ਨੂੰ ਖਦਸ਼ਾ ਹੈ ਕਿ ਪੁਲਿਸ ਵੌਇਸ ਸੈਂਪਲ ਦੀ ਦੁਰਵਰਤੋਂ ਕਰ ਸਕਦੀ ਹੈ ਔਰ ਦੀਪ ਸਿੱਧੂ ਨੂੰ ਕਿਸੇ ਦੂਜੇ ਮਾਮਲੇ ਦੇ ਵਿੱਚ ਵੀ ਫਸਾਇਆ ਜਾ ਸਕਦਾ ਹੈ। ਫਿਲਹਾਲ ਦੀਪ ਸਿੱਧੂ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੀਪ ਸਿੱਧੂ ਦੀਆਂ ਮੁਸ਼ਕਿਲਾਂ ਹੋਰ ਜ਼ਿਆਦਾ ਵੱਧ ਸਕਦੀਆਂ ਹੈ, ਕਿਉਂਕਿ ਦੀਪ ਸਿੱਧੂ ਵੌਇਸ ਸੈਂਪਲਿੰਗ ਕਰਨ ਦੀ ਇਸ ਵੇਲੇ ਯੋਜਨਾ ਕੱਢ ਰਹੀ ਹੈ। ਫਿਲਹਾਲ ਇਸ ਪੂਰੀ ਖਬਰ ਤੇ ਵਧੇਰੀ ਗੱਲਬਾਤ ਕਰਨ ਵਾਸਤੇ ਸਾਡੇ ਸਹਿਯੋਗੀ शंकर आनंद ਸਾਡੇ ਨਾਲ दिल्ली तो जुड़ चुके हैं। शंकर, क्या कुछ जानकारी है आपके पास? दिल्ली पुलिस की तरफ से अब वॉइस सैंपलिंग की जाएगी दीप सिद्धू की और दीप सिद्धू के जो वकील है उनकी तरफ से भी अब डाउट ये जताया जा रहा है कि हो सकता है कि दीप सिद्धू को किसी और मामले में फंसाया जाए। क्या लगता है कि दीप सिद्धू की अब दिक्कतें और बढ़ सकती हैं? देखिए, किसी भी आरोपी को जब गिरफ्तार किया जाता है और जहां पर
वीडियो या ऑडियो से संबंधित उसकी बातचीत कहीं पे लीक होती है या वो प्रचार प्रसार होता है, तो उसको जांचने और परखने के लिए जो वॉइस सैंपल जो है वो लेना होता है। लेकिन इसमें एक कानून है, इस कानून के मुताबिक आरोपी से भी उसकी इजाजत लेनी होती है। तो यहाँ पर दिल्ली पुलिस दीप सिद्धू से लगातार ये प्रयास कर रही थी कि वो इस मामले पर अपनी स्वीकृति दे दे और उसके बाद ही उसकी वॉइस सैंपल कराया जाएगा। तो दीप सिद्धू के द्वारा दिल्ली पुलिस को उसकी स्वीकृति दे दी गई। हालांकि इसके वकील के द्वारा जिस तरह से बकायदा इस मामले पे एक शक जाहिर किया जा रहा है, तो कहीं न कहीं इस मामले पर दिल्ली पुलिस पहले ही दीप सिद्धू को आश्वस्त कर चुकी है कि इस मामले पर आपकी आवाज का नमूना जो है, अगर आप कहते हो कि आपकी कोई भूमिका नहीं है, तो इस मामले पर आपका आवाज का जो नमूना है वो आपके लिए फेवर में जा सकता है। तो कहीं न कहीं इस मामले पर एक कोशिश की जा रही है कि जो कोर्ट में तमाम जो सुनवाई हो, तमाम जो दलीलें जो दी जाती है उसके पहले ये टेस्ट काफी महत्वपूर्ण है और इस मामले पर जो अनुमति है वो मिल चुकी है। अब इस मामले पर लैब में बकायदा दीप सिद्धू का टेस्ट करवाया जाएगा, उसके वॉइस सैंपल लिए जाएंगे और जिस तरह से फेसबुक पर लगातार वो लाइव करता था, जिस तरह से ऑडियो के मैसेज वो वायरल करता था दीप सिद्धू, वो 26 जनवरी के वक्त में और उसके पहले, तो वो तमाम ऑडियो क्लिप से बकायदा वो मिलान किया जाएगा, क्या वो दीप सिद्धू की आवाज था। और दिल्ली पुलिस के पास में कुछ ऐसे ऑडियो क्लिप्स भी मिले थे और वीडियो क्लिप्स मिले थे जिसमें कि दीप सिद्धू कई तरह की बातचीत करता हुआ दिख रहा है। तो यहाँ पर कहीं न कहीं उन तमाम जो वीडियो और ऑडियो है उससे बकायदा उसके मिलान के लिए इसका वॉइस सैंपल लेने की बात कही थी और दीप सिद्धू के द्वारा इस मामले पर स्वीकृति मिलने के बाद ही वो दिल्ली पुलिस इस मामले पर आगे वॉइस सैंपल की जो प्रक्रियाएं हैं उसको आगे किया जाएगा। तो एक तरह से कह सकते हैं कि दीप सिद्धू की मुश्किलें तो निश्चित तौर पे आगे बढ़ने वाली है। एक और सवाल है कि क्या लगता है कि दीप सिद्धू की तरफ से ये बात कभी जाहिर की गई है, जिस तरह से इन्वेस्टिगेट उसको किया जा रहा हो तो ऐसा उसकी तरफ से कहा गया हो कि उसकी वीडियो उसके साथ छेड़छाड़ की गई है और खास करके उसमें कुछ ना कुछ हैम्पर किया गया है उसकी आवाज को, उसमें क्या ऐसा कोई तर्क उसकी तरफ से दिया गया था? अब देखिए, इस मामले पर कोर्ट में सुनवाई के दौरान में दीप सिद्धू के द्वारा ये बात जरूर कही गई थी। तो यहाँ पर दिल्ली पुलिस का यही तर्क है कि अगर आपको ऐसा लगता है तो आप वॉइस सैंपल्स दीजिए और वॉइस सैंपल देने के बाद उसका मिलान किया जाएगा और उसके बाद आगे आपको तफ्तीश करके इसकी रिपोर्ट जो है कोर्ट को सौंपी जाएगी। तो कहीं न कहीं जो दीप सिद्धू का जो की तरफ से जो स्टेटमेंट दिया गया था उसी का हवाला देते हुए बकायदा दिल्ली पुलिस ने आगे बात कही थी। लेकिन यहाँ पर एक तरह से देखा जा सकता है जो उनके वकील के द्वारा कहा जा सकता है कि दूसरा और तीसरा जो मामला, तो दीप सिद्धू के खिलाफ कई मामले पहले से दर्ज हैं, लेकिन जिस तरह से दीप सिद्धू कहता रहा है कि वो बेगुनाह है, तो बेगुनाह के लिए भी अगर ये वॉइस सैंपल जो आते हैं सामने और अगर इसमें ये प्रमाणित होता है कि उसकी भूमिका नहीं है तो उसके लिए फायदेमंद साबित हो सकता है। तो कहीं न कहीं कहा जा सकता है कि फिलहाल अभी मुश्किलें कम नहीं हुई हैं, आने वाले वक्त में जो मुश्किलें हैं उसको ध्यान में रखते ही अब वॉइस सैंपल का जो टेस्ट है वो होगा, उसके बाद तमाम जो चीजें सामने आ पाएंगी। जी ठीक है शंकर, फिलहाल शुक्रिया तमाम जानकारी के लिए। तो दीप सिद्धू दी हुण वॉइस सैंपलिंग की जाएगी और खुद 30,000 कोर्ट वालों इसकी इजाजत दे दी गई है, पर वकील इसका विरोध, दीप सिद्धू के जो वकील ने वो इसका विरोध जरूर करते हुए नजर आ रहे हैं। इस वेले दी वड्डी खबर आ रही है, उसका रुख करदे अकाली नेता दी कांस्टेबल दी लाइन हाजिर की गई है। हेरोइन दे नाल इस अकाली नेता नूं गिरफ्तार किया गया सी। तरनतारन तो जसविंदर कौर दी गिरफ्तारी हुई सी और महिला दी धी पंजाब पुलिस दे विच कांस्टेबल है जिसनूं लाइन हाजिर किया गया ते मां दी गिरफ्तारी तो बाद इस धी नूं लाइन हाजिर किया गया और तमाम इन्वेस्टिगेशनस फिलहाल जारी ने। तां तरनतारन दे विच इस अकाली नेता जसविंदर कौर दी गिरफ्तारी हुई सी और इसनूं हेरोइन दे नाल गिरफ्तार किया गया सी। इसदे घर छापेमारी हुई सी, जिस तो बाद इसदे घरों ही हेरोइन बरामद हुई सी और उस तो बाद जसविंदर कौर नूं गिरफ्तार कर लिया गया। तुहानूं दस दी कि जसविंदर कौर दी धी पंजाब पुलिस दे विच कांस्टेबल है और मां दी गिरफ्तारी तो बाद धी नूं लाइन हाजिर किया गया है। तो तरनतारन दी वड्डी खबर दिखा रहे हैं जिथे कि अकाली नेता दी कांस्टेबल धी नूं लाइन हाजिर किया गया है और फिलहाल इसदी मां भी पुलिस दी गिरफ्तार हिरासत दे विच है।
ਅਗਲੀ ਵੱਡੀ ਖਬਰ ਸੰਗਰੂਰ ਤੋਂ ਆ ਰਹੀ ਹੈ। ਸੰਗਰੂਰ ਦੇ ਦਿੜਬਾ ਦੇ ਵਿੱਚ ਵਿਜੀਲੈਂਸ ਵੱਲੋਂ ਰੇਡ ਕੀਤੀ ਗਈ। ਇੱਕ ਸ਼ੈਲਰ ਤੇ ਰੇਡ ਮਾਰੀ ਗਈ ਹੈ। ਵਿਜੀਲੈਂਸ ਅਧਿਕਾਰੀ 6 ਘੰਟੇ ਪੜਤਾਲ ਕਰਦੇ ਰਹੇ ਨੇ ਔਰ ਅਨਾਜ ਘੁਟਾਲੇ ਦੀ ਇੱਕ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਇਹ ਰੇਡ ਕੀਤੀ ਗਈ। ਮੌਕੇ ਤੋਂ ਟੀਮ ਨੇ ਕੁਝ ਸਬੂਤ ਵੀ ਜੁਟਾਏ ਨੇ ਤਾਂ ਇੱਕ ਰੇਡ ਕੀਤੀ ਗਈ ਹੈ ਔਰ ਵਿਜੀਲੈਂਸ ਵੱਲੋਂ ਇਹ ਰੇਡ ਕੀਤੀ ਗਈ। ਸੰਗਰੂਰ ਦੇ ਦਿੜਬਾ ਦੇ ਵਿੱਚ ਵਿਜੀਲੈਂਸ ਵੱਲੋਂ ਰੇਡ ਮਾਰੀ ਹੋਈ ਹੈ। ਇੱਕ ਸ਼ੈਲਰ ਤੇ ਰੇਡ ਕੀਤੀ ਗਈ ਹੈ। ਵਿਜੀਲੈਂਸ ਅਧਿਕਾਰੀ 6 ਘੰਟੇ ਪੜਤਾਲ ਕਰਦੇ ਰਹੇ ਨੇ, ਜਿਸ ਤੋਂ ਬਾਅਦ ਕੁਝ ਸਬੂਤ ਵੀ ਇਕੱਠੇ ਕੀਤੇ ਗਏ। ਦਰਅਸਲ ਅਨਾਜ ਘੁਟਾਲੇ ਦੀ ਇੱਕ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਇਹ ਐਕਸ਼ਨ ਲਿਆ ਗਿਆ। ਇਹਨਾਂ ਨੇ 20000 ਗੱਟਾ ਫਾਲਤੂ ਲਿਖਾ ਕੇ ਉਹਦੀ ਪੇਮੈਂਟ ਲੈ ਕੇ ਤੇ ਮਤਲਬ ਸਰਕਾਰ ਨੂੰ ਚੂਨਾ ਲਾਉਣ ਦੀ ਸੋਚ ਰਹੇ ਸੀ। ਬਾਹਰੋਂ ਮਤਲਬ ਜਿੱਦਾਂ ਪੈੜੀ ਹੋ ਗਈ, ਚਾਵਲ ਹੋ ਗਏ, ਲਿਆ ਕੇ ਉਹ ਪੂਰਾ ਕਰ ਰਹੇ ਸੀ। ਤੇ ਇੱਕ ਇਹਨਾਂ ਦੀ ਫਰਮ ਹੈਗੀ ਆ ਆਪਣਾ ਪ੍ਰੇਮ ਕੁਮਾਰ ਸੋਨੀ ਕੁਮਾਰ, ਜੋ ਇਹਨਾਂ ਨੇ ਜਾਲੀ ਬਣਾਈ ਹੋਈ ਹੈ। ਦੂਜੇ ਦੇ ਜ਼ਿਮੀਂਦਾਰ ਲੈ ਕੇ ਉਹ 'ਚ ਮਾਲ ਲਿਖਾ ਕੇ ਉਹਨਾਂ ਨੂੰ ਕਢਾ ਕੇ ਪੇਮੈਂਟ ਦੇ ਦਿੰਦੇ ਨੇ, ਜਿਹਦੇ ਨਾਲ ਅਸੀਂ ਡਾਕੂਮੈਂਟੇਸ਼ਨ ਵੀ ਲਾਈ ਹੋਈ ਹੈ, ਸਾਰੀ ਰਿਕਾਰਡ ਲਾਇਆ ਮਾਰਕੀਟ ਕਮੇਟੀ ਦਾ। ਜੋ ਸਾਡੀ ਮਤਲਬ ਜਾਂਚ ਦੇ ਸਿਰ ਤੇ ਆਪਣਾ ਜਾਂਚ ਹੋਊਗੀ ਉਸ ਤੇ ਕਾਰਵਾਈ ਕਰਾ ਕੇ ਅਸੀਂ ਸਾਹ ਲਵਾਂਗੇ, ਨਹੀਂ ਅਸੀਂ ਮਤਲਬ ਜਿਵੇਂ ਅੱਗੇ ਵਧਾਂਗੇ। ਹੋਰ ਜਾਂਚ ਪੜਤਾਲ ਕਰਨਾ ਇਹ ਹੈਗੀ ਸਰ ਚੱਲ ਰਹੀ ਕੋਈ ਸ਼ਿਕਾਇਤ ਸੀ ਜੀ ਜਾਂ ਕਿਸ ਤਰ੍ਹਾਂ ਸੀ? ਸ਼ਿਕਾਇਤ ਦੀ ਪੜਤਾਲ ਹੋ ਰਹੀ ਹੈ ਜੀ। ਜੋ ਇੱਥੇ ਅਵੇਲੇਬਲ ਹੈ ਉਹਦਾ ਸਾਰਾ ਕੁਝ ਬਣਾ ਲਿਆ, ਰਿਕਾਰਡ ਚੈੱਕ ਕਰਕੇ ਆਪਾਂ ਸਾਰਾ ਕੁਝ। ਅਗਲੀ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਬਦਮਾਸ਼ ਬੇਖੌਫ ਨਜ਼ਰ ਆ ਰਹੇ ਨੇ। ਦਿਨ ਦਿਹਾੜੇ ਇੱਕ ਨੌਜਵਾਨ ਨੂੰ ਗੋਲੀਆਂ ਮਾਰੀਆਂ ਗਈਆਂ ਨੇ। ਸੀਸੀਟੀਵੀ ਦੇ ਵਿੱਚ ਪੂਰੀ ਵਾਰਦਾਤ ਦੀ ਤਸਵੀਰਾਂ ਵੀ ਕੈਦ ਹੋਈਆਂ। ਜ਼ਖਮੀ ਨੌਜਵਾਨ ਹਸਪਤਾਲ ਦੇ ਵਿੱਚ ਦਾਖਲ ਹੈ ਔਰ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ। ਤਾਂ ਇੱਕ ਨੌਜਵਾਨ ਤੇ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਨੇ ਔਰ ਹਸਪਤਾਲ ਦੇ ਵਿੱਚ ਇਹ ਨੌਜਵਾਨ ਫਿਲਹਾਲ ਜ਼ਖਮੀ ਹੈ ਔਰ ਪਰਿਵਾਰ ਵੀ ਬੇहद ਪਰੇਸ਼ਾਨ ਨਜ਼ਰ ਆ ਰਿਹਾ। ਦੱਸਿਆ ਜਾ ਰਿਹਾ ਕਿ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਹੈ। ਸੀਸੀਟੀਵੀ ਦੇ ਵਿੱਚ ਵੀ ਤਸਵੀਰਾਂ ਕੈਦ ਹੋਈਆਂ ਕਿਸ ਤਰ੍ਹਾਂ ਇੱਕ ਸ਼ਖਸ ਆਉਂਦਾ ਹੈ ਔਰ ਗੋਲੀ ਮਾਰ ਕੇ ਫਰਾਰ ਹੋ ਜਾਂਦਾ ਹੈ। ਤਾਂ ਫਿਲਹਾਲ ਇਸ ਜਿਸ ਤੇ ਗੋਲੀਆਂ ਚਲਾਈਆਂ ਗਈਆਂ ਨੇ ਉਸ ਸ਼ਖਸ ਹਸਪਤਾਲ ਦੇ ਵਿੱਚ ਭਰਤੀ ਹੈ ਔਰ ਉਸ ਦਾ ਇਲਾਜ ਵੀ ਚੱਲ ਰਿਹਾ ਹੈ। ਦੋਵੇਂ ਸੈਰ ਕਰਦੇ ਸੀ ਉਹਦੇ ਘਰ ਦੇ ਬਾਹਰ ਤੇ ਉਸ ਤੋਂ ਬਾਅਦ ਮੈਂ ਉਹਨੂੰ ਕਿਹਾ ਵੀ ਡਿੰਪਲ ਅੱਜ ਵੀਰਵਾਰ ਹੈਗਾ, ਮੈਂ ਚਿਰਾਗਾਂ 'ਚ ਤੇਲ ਪਾਉਣ ਜਾ ਰਿਹਾ ਤੇ ਮੈਂ ਤੇਰੇ ਕੋਲ ਆਉਣਾ। ਤੇ ਥੋੜੀ ਦੇਰ ਦਾ ਵਕਫਾ ਪਿਆ ਵਾ ਸੰਦੀਪ ਗੱਟੂ ਤੇ ਵਿਨੀਤ ਪੰਡਤ, ਜਿਨ੍ਹਾਂ ਨਾਲ ਸਾਡੀ ਪੁਰਾਣੀ ਲਾਗ ਡਾਟ ਆ। ਤੁਹਾਨੂੰ ਪਤਾ ਵੀ ਇਹ ਕੰਮ ਇਹਨਾਂ ਨੇ ਕੀਤਾ ਤੇ ਉਸ ਤੋਂ ਬਾਅਦ ਇਹ ਉਹਦੇ ਡਿੰਪਲ ਤੇ ਗੋਲੀਆਂ ਮਾਰ ਕੇ ਮੇਰੇ ਘਰ ਆਇਆ ਤੇ ਜਿਸ ਦੀ ਵੀਡੀਓ ਵੀ ਮੇਰੇ ਸੀਸੀਟੀਵੀ ਫੁਟੇਜ 'ਚ ਆ ਗਈ ਆ। ਸੰਦੀਪ ਸਿੰਘ ਗੱਟੂ ਨੂੰ ਅੱਜ ਤੋਂ 2 ਸਾਲ ਹੋ ਗਏ ਤਕਰੀਬਨ, ਇਹਨਾਂ ਨਾਲ ਸਾਡੀ ਪੁਰਾਣੀ ਲਾਗ ਡਾਟ ਆ। ਉਹ ਆਪ ਤੇ ਉਹਦੇ ਬਿਆਨ ਡਾਕਟਰਾਂ ਨੇ ਅਨਫਿਟ ਦੱਸਤਾ। ਉਹਦੇ ਬ੍ਰਦਰ ਜਿਹੜਾ ਨਾਲ ਸੈਰ ਕਰਦਾ ਸੀ ਉਹਦੇ ਬਿਆਨ ਲਿਖੇ ਆ। ਉਹਦੇ ਵਿੱਚ ਉਹਨੇ ਆਖਿਆ ਵੀ ਕੋਈ ਸੰਦੀਪ ਗੱਟੂ ਨਾਂ ਦਾ ਵਿਅਕਤੀ ਆ, ਕੋਈ ਨਾਲ ਇੱਕ ਹੋਰ ਹੀ ਮੁੰਡਾ ਮੋਟਰਸਾਈਕਲ ਤੇ ਜਿਹਦਾ ਉਹ ਨਾਂ ਨਹੀਂ ਜਾਣਦਾ, ਉਹਨੂੰ ਪਛਾਣਦਾ। ਤੇ ਉਹਨਾਂ ਨੇ ਆ ਕੇ ਫਾਇਰਿੰਗ ਕੀਤੀ ਆ। ਪਹਿਲਾਂ ਉਹਦੇ ਭਰਾ ਦੇ ਗੋਲੀ ਮਾਰਨੀ ਚਾਹੀ, ਉਹ ਬਚ ਗਿਆ। ਮੁੜ ਕੇ ਨਵਦੀਪ ਡਿੰਪਲ ਤੇ ਗੋਲੀਆਂ ਵੱਜੀਆਂ, ਇੱਕ ਉਹਦੇ ਪੇਟ ਤੇ ਵੱਜੀ ਆ ਤੇ ਇੱਕ ਵੱਖੀ ਦੇ ਖੱਬੇ ਪਾਸੇ ਵੱਜੀ। ਅਗਲੀ ਵੱਡੀ ਖਬਰ ਹਿਮਾਚਲ ਤੋਂ ਆ ਰਹੀ ਹੈ। ਹਿਮਾਚਲ ਦੇ ਲਾਹੌਲ ਸਪੀਤੀ ਦੇ ਵਿੱਚ ਰੈਸਕਿਊ ਆਪਰੇਸ਼ਨ ਖਤਮ ਕਰ ਦਿੱਤਾ ਗਿਆ, ਮੁਕੰਮਲ ਤਰੀਕੇ ਦੇ ਨਾਲ ਕੀਤਾ ਗਿਆ। ਬਾਰਾਲਾਚਾ ਤੋਂ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਔਰ ਭਾਰੀ ਠੰਡ ਦੇ ਵਿੱਚ ਇਹਨਾਂ ਦਾ ਹੌਸਲਾ ਘੱਟ ਨਹੀਂ ਹੋਇਆ। BRO ਦੀ ਟੀਮ ਨੇ 244 ਲੋਕਾਂ ਨੂੰ ਸੁਰੱਖਿਅਤ ਕੱਢਿਆ। ਬਾਰਾਲਾਚਾ ਦੇ ਵਿੱਚ ਕਰੀਬ 35 ਘੰਟੇ ਇਹ ਰੈਸਕਿਊ ਆਪਰੇਸ਼ਨ ਚੱਲਿਆ। ਬਰਫ਼ਬਾਰੀ ਦੇ ਚੱਲਦਿਆਂ ਰਾਹ ਦੇ ਵਿੱਚ ਇਹ ਸੈਲਾਨੀ ਫਸ ਗਏ ਸੀ ਤਾਂ BRO ਦੀ ਟੀਮ ਵੱਲੋਂ 244 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਔਰ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਵੀ ਇਹਨਾਂ ਦਾ ਹੌਸਲਾ ਘੱਟ ਨਹੀਂ ਹੋਇਆ। 35 ਘੰਟੇ ਤੱਕ ਇਹ ਪੂਰਾ ਰੈਸਕਿਊ ਆਪਰੇਸ਼ਨ ਚੱਲਿਆ, ਜਿਸ ਤੋਂ ਬਾਅਦ ਇਹਨਾਂ ਨੂੰ ਸੇਫਲੀ ਬਾਹਰ ਕੱਢ ਲਿਆ ਗਿਆ ਔਰ ਹਿਮਾਚਲ ਦੇ ਲਾਹੌਲ ਸਪੀਤੀ ਦੇ ਵਿੱਚ ਰੈਸਕਿਊ ਆਪਰੇਸ਼ਨ ਹੁਣ ਖਤਮ ਹੋ ਚੁੱਕਿਆ ਹੈ। ਉਧਰ ਪੰਜਾਬ ਦੇ ਵਿੱਚ ਸਿਹਤ ਵਿਭਾਗ ਵੱਲੋਂ ਵੈਕਸੀਨੇਸ਼ਨ ਦਾ ਕੰਮ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ। ਸ਼ਹਿਰਾਂ ਕਸਬਿਆਂ ਦੇ ਨਾਲ-ਨਾਲ ਪਿੰਡਾਂ ਦੇ ਵਿੱਚ ਵੀ ਹੈਲਥ ਵਰਕਰ ਟੀਕਾਕਰਨ ਦੇ ਕੰਮ ਦੇ ਵਿੱਚ ਜੁਟੇ ਹੋਏ ਨੇ। ਉੱਥੇ ਲੋਕਾਂ ਦੇ ਵਿੱਚ ਵੈਕਸੀਨੇਸ਼ਨ ਨੂੰ ਲੈ ਕੇ ਪਹਿਲਾਂ ਨਾਲੋਂ ਵੱਧ ਰੁਝਾਨ ਦੇਖਿਆ ਜਾ ਸਕਦਾ ਹੈ। ਮੁਕਤਸਰ ਦੇ ਵਿੱਚ ਵੀ ਵੈਕਸੀਨ ਲਗਵਾਉਣ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ। ਇਹ ਰਿਪੋਰਟ ਦੇਖੋ। ਦੇਸ਼ ਭਰ ਦੇ ਵਿੱਚ ਕਰੋਨਾ ਦਾ ਖਤਰਾ ਵਧਣ ਦੇ ਨਾਲ-ਨਾਲ ਵੈਕਸੀਨੇਸ਼ਨ ਦੀ ਮੁਹਿੰਮ ਦੇ ਵਿੱਚ ਵੀ ਤੇਜ਼ੀ ਆਈ ਹੈ ਅਤੇ ਲੋਕ ਟੀਕਾਕਰਨ ਦੇ ਲਈ ਅੱਗੇ ਆ ਰਹੇ ਨੇ। ਸਰਕਾਰ ਦੇ ਹੁਕਮਾਂ ਤੇ ਸਿਹਤ ਵਿਭਾਗ ਵੈਕਸੀਨੇਸ਼ਨ ਦੇ ਕੰਮ ਦੇ ਵਿੱਚ ਲਗਾਤਾਰ ਜੁਟਿਆ ਹੋਇਆ ਹੈ। ਮੁਕਤਸਰ ਸਾਹਿਬ ਦੇ ਵਿੱਚ ਕੋਵਿਡ-19 ਨੂੰ ਲੈ ਕੇ ਜਾਗਰੂਕਤਾ ਮੁਹਿੰਮ ਜਾਰੀ ਹੈ। ਨਾਲ ਹੀ ਕਰੋਨਾ ਟੀਕਾਕਰਨ ਦੇ ਲਈ ਸ਼ਹਿਰਾਂ ਅਤੇ ਪਿੰਡਾਂ ਦੇ ਵਿੱਚ ਕੈਂਪ ਵੀ ਲਗਾਏ ਜਾ ਰਹੇ ਨੇ। ਇਸੇ ਲੜੀ ਦੇ ਤਹਿਤ ਮੁਕਤਸਰ ਦੇ ਸੰਤ ਨਿਰੰਕਾਰੀ ਭਵਨ ਦੇ ਵਿੱਚ ਟੀਕਾਕਰਨ ਕੀਤਾ ਗਿਆ, ਜਿਸ 'ਚ ਭਵਨ ਦੇ ਸੇਵਾਦਾਰਾਂ ਅਤੇ ਆਮ ਲੋਕਾਂ ਨੇ ਹਿੱਸਾ ਲਿਆ। ਸਾਰੇ ਹੀ ਆਪਣੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਜਿਹੜੇ ਕਰੋਨਾ ਮਹਾਮਾਰੀ ਤੋਂ ਬਚਣ ਦਾ ਇੱਕੋ ਹੀ ਰਸਤਾ ਹੈਗਾ, ਸਿਰਫ ਤੇ ਸਿਰਫ ਵੈਕਸੀਨੇਸ਼ਨ, ਟੀਕਾਕਰਨ।
ਆਹ ਟੀਕਾਕਰਨ ਬਹੁਤ ਹੀ ਸੇਫ ਹੈਗਾ, ਇਹਦੇ ਕੋਈ ਵੀ ਸਾਈਡ ਇਫੈਕਟ ਹੈ ਨਹੀਂ। ਹੁਣ ਤੱਕ 10 ਕਰੋੜ ਆਪਣੇ ਇੰਡੀਆ ਦੇ ਵਿੱਚ ਬੰਦਿਆਂ ਨੂੰ ਲੱਗ ਚੁੱਕੀ ਹੈਗੀ ਔਰ ਇੱਕ ਵੀ ਕੇਸ ਐਜਾ ਨਹੀਂ ਆਇਆ ਜਿਹਦਾ ਕੋਈ ਸਾਈਡ ਇਫੈਕਟ ਹੋਵੇ। ਤੇ ਮੈਂ ਫਿਰ ਦੁਬਾਰਾ ਅਪੀਲ ਕਰਦੀ ਹਾਂ ਕਿ ਇਸ ਇੰਜੈਕਸ਼ਨ ਨੂੰ ਜ਼ਰੂਰ ਲਵਾਇਆ ਜਾਵੇ, ਕਿਉਂਕਿ ਸਿਰਫ ਆਪਾਂ ਇਹਦੇ ਦੁਆਰਾ ਹੀ ਆਪਾਂ ਇਸ ਮਹਾਮਾਰੀ ਤੇ ਕੰਟਰੋਲ ਕਰ ਸਕਦੇ ਹਾਂ, ਇਹਨੂੰ ਬਚਾ ਸਕਦੇ ਹਾਂ। ਜਾਗਰੂਕਤਾ ਮੁਹਿੰਮ ਦਾ ਅਸਰ ਲੋਕਾਂ ਤੇ ਦੇਖਣ ਨੂੰ ਮਿਲਿਆ ਹੈ ਅਤੇ ਵੈਕਸੀਨ ਲਗਵਾਉਣ ਦੇ ਲਈ ਪਹਿਲਾਂ ਦੇ ਨਾਲੋਂ ਵੱਧ ਰੁਝਾਨ ਵੀ ਨਜ਼ਰ ਆ ਰਿਹਾ ਹੈ। ਇਹ ਸੰਦੇਸ਼ ਹੈ ਕਿ ਭਲਾਈ ਲਈ ਕੋਈ ਕੰਮ ਜਿਹੜਾ ਕੀਤਾ ਜਾਏ ਉਹ ਅੱਛਾ ਹੈ, ਕਿਉਂਕਿ ਇਹ ਗੁਰੂ ਜੀ ਦੀ ਸਿੱਖਿਆ ਹੈ ਕਿ ਇਨਸਾਨ ਨਾਲ ਪਿਆਰ ਬਣਿਆ ਰਹੇ, ਇਨਸਾਨ ਦੀ ਜ਼ਿੰਦਗੀ ਸੇਫ ਰਹੇ। ਇਸ ਲਈ ਇਹ ਸਾਰਾ ਉਪਰਾਲਾ ਸਰਕਾਰ ਦਾ ਸਹਿਯੋਗ ਕੀਤਾ ਗਿਆ। ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਸਰਕਾਰ ਨੇ ਇਸ ਤਰੀਕੇ ਨਾਲ ਲੋਕਾਂ ਦੀ ਹੈਲਪ। ਨਿਰੰਕਾਰੀ ਭਵਨ ਦੇ ਮੁੱਖ ਸੇਵਾਦਾਰ ਵੀ ਲੋਕਾਂ ਨੂੰ ਸਰਕਾਰ ਦੀ ਮੁਹਿੰਮ ਦੇ ਵਿੱਚ ਬਿਨਾਂ ਕਿਸੇ ਸ਼ੰਕੇ ਤੋਂ ਹਿੱਸਾ ਲੈਣ ਦੀ ਅਪੀਲ ਕਰ ਰਹੇ ਨੇ ਤਾਂ ਕਿ ਕੋਰੋਨਾ ਦੇ ਖਿਲਾਫ ਜੰਗ ਨੂੰ ਮਜ਼ਬੂਤੀ ਦੇ ਨਾਲ ਲੜਿਆ ਜਾ ਸਕੇ। ਇਸ ਸਬੰਧ ਵਿੱਚ ਸੰਤ ਨਿਰੰਕਾਰੀ ਮੰਡਲ ਵੱਲੋਂ ਐਸਾ ਸੰਦੇਸ਼ ਵੀ ਹੈ ਔਰ ਇਹ ਜਗ੍ਹਾ ਤੇ ਟੀਕਾਕਰਨ ਦੇ ਕੈਂਪ ਲਗਾਏ ਵੀ ਜਾ ਰਹੇ ਹੈ। ਇਸ ਤੋਂ ਪਹਿਲਾਂ ਅਸੀਂ ਗਿੱਦੜਵਾ ਭਵਨ ਤੇ ਕੈਂਪ ਲਗਾਇਆ ਹੈ, ਕੋਟਪਾਈ ਲਗਾਇਆ ਹੈ। ਅੱਜ ਜੋ ਹੈ ਬਠਿੰਡਾ ਵਿਖੇ ਵੀ ਕੋਵਿਡ-19 ਦਾ ਜਿਹੜਾ ਕੈਂਪ ਚੱਲ ਰਿਹਾ ਔਰ ਸਾਨੂੰ ਸਾਰਿਆਂ ਨੂੰ ਇਸ ਤੋਂ ਬਹੁਤ ਹੀ ਲਾਭ ਪ੍ਰਾਪਤ ਹੋ ਰਿਹਾ ਹੈ। ਵੈਕਸੀਨ ਲਗਵਾਉਣ ਦੇ ਨਾਲ-ਨਾਲ ਸਾਵਧਾਨੀਆਂ ਵਰਤਣ ਦੇ ਲਈ ਵੀ ਲੋਕਾਂ ਨੂੰ ਪ੍ਰੇਰਿਆ ਗਿਆ ਹੈ। ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਕੋਵਿਡ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ, ਜਿਵੇਂ ਕਿ ਵਾਰ-ਵਾਰ ਹੱਥ ਧੋਣਾ, ਮਾਸਕ ਪਾਉਣਾ, ਸੋਸ਼ਲ ਡਿਸਟੈਂਸਿੰਗ ਰੱਖਣਾ ਅਤੇ ਹੋਰ ਨਿਯਮਾਂ ਨੂੰ ਅਣਦੇਖਿਆ ਨਹੀਂ ਕਰਨਾ ਹੈ। ਮੁਕਤਸਰ ਤੋਂ ਅਸ਼ਫਾਕ ਡੋਡੀ, ਨਿਊਜ਼ 18 ਪੰਜਾਬ। ਉਧਰ ਕੋਵਿਡ-19 ਮਹਾਮਾਰੀ ਨੇ ਆਪਸੀ ਨਿਰਭਰਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ, ਜਿਸ ਦੇ ਨਾਲ ਪੂਰਾ ਦੇਸ਼ ਇਸ ਮੁਸੀਬਤ ਦਾ ਇਕਜੁੱਟ ਹੋ ਕੇ ਮੁਕਾਬਲਾ ਕਰ ਸਕੇ। ਵੈਕਸੀਨੇਸ਼ਨ ਦੇ ਐਲਾਨ ਤੋਂ ਬਾਅਦ ਜ਼ਰੂਰਤ ਹੋਵੇਗੀ ਕਿ ਅਸੀਂ ਆਪਣਾ ਮੂਹਰੀ ਯੋਗਦਾਨ ਦਈਏ, ਜਿਸ ਦੇ ਨਾਲ ਅਸੀਂ ਇੱਕੋ ਸਮੇਂ ਵਾਇਰਸ ਨੂੰ ਹਰਾਉਣ ਵੱਲ ਕਦਮ ਵਧਾ ਸਕੀਏ ਅਤੇ ਨੈਟਵਰਕ 18 ਇਸ ਮੁਹਿੰਮ ਦੇ ਵਿੱਚ ਹਰ ਕਦਮ ਤੇ ਤੁਹਾਡੇ ਨਾਲ ਹੋਵੇਗਾ। ਜਦ ਤੱਕ ਸਾਰੇ ਸੁਰੱਖਿਅਤ ਨਹੀਂ ਹੁੰਦੇ ਉਦ ਤੱਕ ਕੋਈ ਸੁਰੱਖਿਅਤ ਨਹੀਂ ਹੋਵੇਗਾ। ਇਸ ਸੋਚ ਦੇ ਆਧਾਰ ਤੇ ਕੈਂਪੇਨ ਸੰਜੀਵਨੀ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਵੈਕਸੀਨ ਪਾਉਣਾ ਸਾਰੇ ਭਾਰਤੀਆਂ ਦਾ ਅਧਿਕਾਰ ਹੈ।